TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਵਿਚਾਰ ਚਰਚਾ ਕੀਤੀ ਜਾਏਗੀ। ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਦਿੱਤਾ ਕਰਾਰਾ ਝਟਕਾ। ਕੋਟਕਪੂਰਾ ਗੋਲੀकांड ਮਾਮਲੇ ਵਿੱਚ ਸੈਣੀ ਉਮਰਾ ਨੰਗਲ ਸਮੇਤ ਕਈ ਅਫਸਰਾਂ ਤੋਂ ਘੰਟਿਆਂ ਬੱਧੀ ਸਿੱਟ ਨੇ ਕੀਤੀ ਪੁੱਛਗਿੱਛ। ਵਿਵਾਦਤ ਅਰਦਾਸ ਮਾਮਲੇ ਵਿੱਚ ਆਖਰਕਾਰ ਭਾਜਪਾ ਹੋਈ ਨੰਗੀ। ਮਮਤਾ ਤੇ ਮੋਦੀ ਦੀ ਫਿਰ ਖੜਕੀ। ਕੇਂਦਰ ਨੂੰ ਸੁਣਾਇਆ ਮਮਤਾ ਨੇ ਦੋ ਟੁੱਕ ਫੈਸਲਾ। ਈਡੀ ਦੇ ਚਰਚਿਤ ਅਧਿਕਾਰੀ ਨਿਰੰਜਨ ਸਿੰਘ ਨੌਕਰੀ ਦੇ ਆਖਰੀ ਦਿਨ ਕਰ ਲਏ ਗਏ ਚਾਰਜਸ਼ੀਟ ਅਤੇ ਕਿਸਾਨੀ ਧਰਨੇ ਤੋਂ ਪਰਤੇ। ਕਈ ਕਿਸਾਨਾਂ ਦੀ ਸੰਘਰਸ਼ ਲੇਖੇ ਲੱਗੀ ਜਿੰਦ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ ਤੇ ਕਈ ਹੋਰ ਖਬਰਾਂ ਵੀ ਨੇ ਜਿਨ੍ਹਾਂ ਦੇ ਉੱਤੇ ਟਿੱਪਣੀਆਂ ਵੀ ਕਰਾਂਗੇ। ਇਸ ਤੋਂ ਪਹਿਲਾਂ ਕਿ ਇੱਧਰ ਨੂੰ ਵਧੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਅੱਜ ਦੀ ਸਭ ਤੋਂ ਵੱਡੀ ਖਬਰ ਵੱਲ ਤੁਹਾਡਾ ਸਭ ਤੋਂ ਪਹਿਲਾਂ ਧਿਆਨ ਦਿਵਾਵਾਂ। ਅਕਾਲੀ ਭਾਜਪਾ ਸਰਕਾਰ ਦੇ ਵਕਤ ਬੇਅਦਬੀ ਕਾਂਡ ਵਾਪਰਦਾ ਹੈ, ਗੋਲੀ ਵੀ ਚੱਲਦੀ ਹੈ, ਇਨਸਾਫ ਉਹਨਾਂ ਤੋਂ ਵੀ ਨਾ ਦਿੱਤਾ ਗਿਆ। ਬਾਅਦ ਦੇ ਵਿੱਚ 2017 ਦੀ ਪੰਜਾਬ ਵਿਧਾਨ ਸਭਾ ਚੋਣ ਹੁੰਦੀ ਹੈ। ਸਾਰੀਆਂ ਪਾਰਟੀਆਂ ਦਾਅਵੇ ਕਰਦੀਆਂ ਸੀ ਕਿ ਇਨਸਾਫ ਦੇਵਾਂਗੇ ਤੇ ਇਨਸਾਫ ਦੇਵਾਂਗੇ, ਤੇ ਆ ਕੈਪਟਨ ਸਰਕਾਰ ਦੇ ਵੀ ਆਖਰੀ ਕੁਝ ਮਹੀਨੇ ਰਹਿ ਗਏ ਹੈ। ਬੇਅਦਬੀ ਕਾਂਡ ਵੀ ਉੱਥੇ ਹੀ ਤੇ ਇਨਸਾਫ ਦੀ ਮੰਗ ਵੀ ਉੱਥੇ ਹੀ ਖੜੀ ਹੈ। ਹੁਣ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਨੇ ਜਾਣਕਾਰੀ ਮਿਲੀ ਹੈ ਕਿ ਸੋਮਵਾਰ ਵਾਲੇ ਦਿਨ ਸਨੀ ਕੰਡਾ ਤੇ ਬਲਜੀਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਤਰਜਾਨੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ। ਅਦਾਲਤ ਨੇ ਜਾਣਕਾਰੀ ਮਿਲੀ ਹੈ ਕਿ ਇਹਨਾਂ ਦੋਵਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਦਿੱਤੇ। ਡੇਰਾ ਪ੍ਰੇਮੀਆਂ ਦੇ ਵਕੀਲ ਨੇ ਸਿੱਟ ਦੇ ਵੱਲੋਂ ਇਹਨਾਂ ਮੁਲਜ਼ਮਾਂ ਦੇ ਕੋਲੋਂ ਜ਼ਬਰੀ ਜ਼ੁਰਮ ਕਬੂਲ ਕਰਵਾਉਣ ਦੇ ਖਦਸ਼ਾ ਪ੍ਰਗਟਾਇਆ ਸੀ, ਜ਼ਾਹਰ ਕੀਤਾ ਸੀ। ਇਸ ਮੁਤਲਕ ਇੱਕ ਅਰਜ਼ੀ ਵੀ ਲਾਈ ਸੀ। ਜਾਣਕਾਰੀ ਮਿਲੀ ਹੈ ਕਿ ਅਦਾਲਤ ਨੇ ਉਹ ਅਰਜ਼ੀ ਖਾਰਜ ਕਰ ਦਿੱਤੀ। ਇਸੇ ਤਰ੍ਹਾਂ ਕਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਪਹਿਲਾਂ ਬਾਜਾਖਾਨਾ ਥਾਣੇ ਵਿੱਚ ਡੇਰਾ ਪ੍ਰੇਮੀਆਂ ਨੂੰ ਲੈ ਕੇ ਜਾਣ ਦੇ ਖਿਲਾਫ ਦਿੱਤੀ ਅਰਜ਼ੀ ਦੀ ਸੁਣਵਾਈ ਇਹ ਅਦਾਲਤ 2 ਜੂਨ ਨੂੰ ਹੁਣ ਕਰੇਗੀ। ਡੇਰਾ ਪ੍ਰੇਮੀਆਂ ਦੀ ਜ਼ਮਾਨਤ ਬਾਰੇ ਲਾਈ ਅਰਜ਼ੀ ਉਹਨਾਂ ਦੇ ਵਕੀਲ ਨੇ ਖੁਦ ਹੀ ਵਾਪਸ ਲੈ ਲਈ ਹੈ। ਜਾਣਕਾਰੀ ਦੇ ਮੁਤਾਬਕ ਸਿੱਟ ਨੇ ਬੇਅਦਬੀ ਕਾਂਡ ਦੇ ਵਿੱਚ 6 ਡੇਰਾ ਪ੍ਰੇਮੀਆਂ, ਜਿਨ੍ਹਾਂ ਵਿੱਚ ਨਿਸ਼ਾਨ ਸਿੰਘ, ਸਨੀ ਕੰਡਾ, ਰਣਜੀਤ ਭੋਲਾ, ਪ੍ਰਦੀਪ ਕੁਮਾਰ, ਬਲਜੀਤ ਸਿੰਘ ਸਿੱਖਾਂ ਵਾਲਾ ਤੇ ਸ਼ਕਤੀ ਸਿੰਘ ਡੱਗੋ ਰਮਾਣਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਫਿਰ 17 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਰਿਮਾਂਡ ਹਾਸਲ ਕੀਤਾ, ਪਰ ਕੰਡਾ, ਬਲਜੀਤ ਤੇ ਨਿਸ਼ਾਨ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਦੇ ਕਰਕੇ ਇਹਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ, ਜਿਸ ਤੇ ਕੰਡਾ ਤੇ ਬਲਜੀਤ ਸਿੰਘ ਨੂੰ ਠੀਕ ਹੋਣ ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੰਦੀਪ ਦੀ ਅਦਾਲਤ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਤੇ ਉਧਰ ਸਿੱਟ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋਏ ADA ਪੰਕਜ ਤਨੇਜਾ ਨੇ ਕਿਹਾ ਕਿ ਕੰਡਾ ਤੇ ਬਲਜੀਤ ਦੇ ਕੋਲੋਂ ਘਟਨਾ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਵਾਉਣ ਤੇ ਪਿੰਡ ਬਰਗਾੜੀ ਦੇ ਵਿੱਚ ਜਿਹੜੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਸੀ, ਦੋਵਾਂ ਦੇ ਵਿੱਚ ਡੇਰਾ ਪ੍ਰੇਮੀਆਂ ਦੀ ਹੱਥ ਲਿਖਾਈ ਹੈ, ਜਿਹੜੀ ਹੱਥ ਲਿਖਤ ਹੈ, ਉਹ ਪੋਸਟਰ ਦੇ ਨਾਲ ਮਿਲਾਉਣ ਅਤੇ ਹੋਰ ਪੁੱਛਗਿੱਛ ਦੇ ਵਾਸਤੇ ਰਿਮਾਂਡ ਮੰਗਿਆ ਗਿਆ ਸੀ। ਤੇ ਹੁਣ ਇਹਦੇ ਵਿੱਚ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸਿੱਟ ਹੋਰ ਖੁਲਾਸਿਆਂ ਦੀ ਜਾਣਕਾਰੀ ਦੇ ਸਕਦੀ ਹੈ। ਪਰ ਡੇਰਾ ਪ੍ਰੇਮੀਆਂ ਨੂੰ ਇਸ ਕਰਕੇ ਆਸ ਸੀ ਕਿ ਜਿਹੜੀ ਆਖਿਆ ਜਾ ਰਿਹਾ ਕਿ ਸਾਡੇ ਵਕੀਲ ਨੇ ਜਿਹੜੀ ਅਰਜ਼ੀ ਲਾਈ ਹੈ ਕਿ ਸਾਡੇ ਕੋਲੋਂ ਜ਼ਬਰੀ ਜ਼ੁਰਮ ਕਬੂਲ ਕਰਵਾਇਆ ਜਾ ਰਿਹਾ, ਉਹ ਮਾਨਯੋਗ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਹੁਣ ਵੇਖਦੇ ਹਾਂ ਕਿ ਆ 2 ਦਿਨਾਂ ਦੇ ਹੋਰ ਪੁਲਿਸ ਰਿਮਾਂਡ ਵਿੱਚ ਕੁਝ ਖੁਲਾਸੇ ਹੋਰ ਹੁੰਦੇ ਹੈ ਜਾਂ ਫਿਰ ਰਿਮਾਂਡ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ। ਸੋ ਅਗਲੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਵੀ ਇਸ ਬੇਅਦਬੀ ਕਾਂਡ ਤੋਂ ਘਟਿਆ ਸੀ। ਵਾਪਰਿਆ ਸੀ ਇੱਕ ਘਟਨਾਕ੍ਰਮ ਕੋਟਕਪੂਰਾ ਗੋਲੀ ਕਾਂਡ ਮਾਮਲਾ, ਉਹ ਵੀ ਉੱਥੇ ਦਾ ਉੱਥੇ ਹੀ ਖੜਾ ਹੈ। ਖਬਰ ਮਿਲ ਰਹੀ ਹੈ ਕਿ ਸਿੱਟ ਨੇ ਇਹਦੇ ਵਿੱਚ ਵੀ ਜਾਂਚ ਕੀਤੀ ਹੈ ਤੇ ਕੋਟਕਪੂਰਾ ਗੋਲੀकांड ਦੀ ਜਾਂਚ ਲਈ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸ਼ਾਇਦ ਤੁਹਾਨੂੰ ਚੇਤਾ ਹੋਵੇ ਕਿ ਪੰਜਾਬ ਸਰਕਾਰ ਦੇ ਵੱਲੋਂ ਗਠਿਤ ਇੱਕ ਨਵੀਂ ਸਿੱਟ ਕੀਤੀ ਗਈ ਤੇ ਸੋਮਵਾਰ ਵਾਲੇ ਦਿਨ ਪੰਜਾਬ ਪੁਲਿਸ ਦੇ ਸਾਬਕਾ
ਪੁਲਿਸ ਮੁਖੀ ਸੁਮੇਧ ਸੈਣੀ ਅਤੇ ਮੁਅੱਤਲ ਚੱਲ ਰਹੇ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਸਮੇਤ ਕਈ ਅਫਸਰਾਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਖਬਰ ਹੈ। ਜਿੱਥੇ ਬੇਅਦਬੀ ਦੇ ਮੁੱਦੇ ਤੇ ਪੰਜਾਬ ਕਾਂਗਰਸ ਦੇ ਵਿੱਚ ਬਗਾਵਤ ਉੱਠ ਖੜੀ ਹੋਈ, ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇੱਕ 3 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਕਮੇਟੀ ਦੇ ਵੱਲੋਂ ਕੁਝ ਮੰਤਰੀਆਂ ਤੇ ਵਿਧਾਇਕਾਂ ਦਾ ਕੱਲ ਪੱਖ ਸੁਣਿਆ ਗਿਆ ਤੇ ਕਈਆਂ ਦਾ ਅੱਜ ਪੱਖ ਸੁਣਿਆ ਜਾ ਰਿਹਾ ਹੈ। ਉੱਥੇ ਹੀ ਜਾਣਕਾਰੀ ਮਿਲੀ ਹੈ ਕਿ ਸੋਮਵਾਰ ਵਾਲੇ ਦਿਨੀ ਕੋਟਕਪੂਰਾ ਗੋਲੀकांड ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਇਹ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਸਾਬਕਾ ਪੁਲਿਸ ਮੁਖੀ ਸੈਣੀ ਤੋਂ ਪੁੱਛਗਿੱਛ ਕਰਨਾ ਕਾਫੀ ਮਹੱਤਵਪੂਰਨ ਹੈ। ਸੈਣੀ ਤੋਂ ਪੁੱਛ ਪੜਤਾਲ ਅਜਿਹੇ ਮੌਕੇ ਕੀਤੀ ਜਾ ਰਹੀ ਹੈ ਜਦੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾਉਣ ਤੋਂ ਨਾਰਾਜ਼ ਕੁਝ ਕਾਂਗਰਸੀ ਆਗੂਆਂ ਨੇ ਪਾਰਟੀ ਹਾਈ ਕਮਾਂਡ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਉੱਥੇ ਆਪਣਾ ਪੱਖ ਰੱਖਿਆ ਤੇ ਉਹਨਾਂ ਨੇ ਆਖਿਆ ਕਿ ਹਾਲੇ ਵੀ ਸਾਡਾ ਸਟੈਂਡ ਪਹਿਲਾਂ ਵਾਲਾ ਹੀ ਹੈ। ਚੇਤੇ ਰਹੇ ਕਿ ਇਸ ਮੁੱਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਦਰਮਿਆਨ ਸ਼ਬਦੀ ਜੰਗ ਕਾਫੀ ਤੇਜ਼ ਹੋ ਚੁੱਕੀ ਹੈ, ਸਿਖਰਾਂ ਤੇ ਆਖੀ ਜਾ ਸਕਦੀ ਹੈ। ਸੂਤਰ ਦੱਸਦੇ ਹੈ ਕਿ ਸਿੱਟ ਦੇ ਮੁਖੀ ਏਡੀਜੀਪੀ LK ਯਾਦਵ, ਆਈਜੀ ਰਾਕੇਸ਼ ਅਗਰਵਾਲ ਅਤੇ ਸਤਿੰਦਰ ਸਿੰਘ ਤੇ ਆਧਾਰਿਤ ਟੀਮ ਨੇ ਸਕੱਤਰੇਤ ਦੇ ਨੇੜੇ ਪੁਲਿਸ ਅਫਸਰਾਂ ਲਈ ਬਣੀ ਮੈਸ ਵਿੱਚ ਸਾਬਕਾ ਪੁਲਿਸ ਮੁਖੀ ਸੈਣੀ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ। ਦੱਸਿਆ ਜਾਂਦਾ ਹੈ ਕਿ ਸੈਣੀ ਤੋਂ ਇਲਾਵਾ ਜਿਹੜੇ ਪੁਲਿਸ ਅਫਸਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਉਹਨਾਂ ਵਿੱਚ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੇ, ਫਰੀਦਕੋਟ ਦੇ ਸਾਬਕਾ SSP ਸੁਖਮਿੰਦਰ ਮਾਨ ਦੱਸੇ ਜਾ ਰਹੇ ਨੇ, ਚਰਨਜੀਤ ਸ਼ਰਮਾ ਦੱਸੇ ਜਾ ਰਹੇ ਨੇ, ਫਿਰੋਜ਼ਪੁਰ ਰੇਂਜ ਦੇ ਸਾਬਕਾ DIG ਅਮਰ ਸਿੰਘ ਚਾਹਲ ਸਮੇਤ ਕਈ ਹੋਰ ਸਾਬਕਾ ਤੇ ਮੌਜੂਦਾ ਅਫਸਰਾਂ ਤੋਂ ਗੋਲੀकांड ਦੇ ਬਾਬਤ ਪੁੱਛਗਿੱਛ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੋਟਕਪੂਰਾ ਦੇ ਸਾਬਕਾ SDM ਹਰਜੀਤ ਸਿੰਘ ਵੀ ਸਿੱਟ ਦੇ ਅੱਗੇ ਪੇਸ਼ ਹੋਏ ਹੈ ਅਤੇ ਉਹਨਾਂ ਦੇ ਬਿਆਨ ਵੀ ਸਿੱਟ ਨੇ ਦਰਜ ਕੀਤੇ ਹੈ। ਸ਼ਾਇਦ ਤੁਹਾਨੂੰ ਚੇਤਾ ਹੋਵੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸਿੱਟ ਬਣਾਈ ਗਈ ਸੀ, ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪੜਤਾਲ ਨੂੰ ਰੱਦ ਕਰ ਦਿੱਤਾ ਸੀ। ਹਾਈ ਕੋਰਟ ਦੇ ਉਸ ਫੈਸਲੇ ਦੇ ਨਾਲ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ। ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਅਤੇ ਉੱਥੇ ਹੀ ਪੰਥਕ ਧਿਰਾਂ ਤੋਂ ਇਲਾਵਾ ਕੁਝ ਕਾਂਗਰਸੀ ਆਗੂ ਅਮਰਿੰਦਰ ਸਿੰਘ ਦੀ ਭਾਵ ਅਮਰਿੰਦਰ ਸਿੰਘ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੇ ਸਨ। ਉਹਦੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬੁਰਜ ਜਵਾਹਰ ਸਿੰਘ ਵਾਲਾ ਗਏ ਸੀ, ਉੱਥੇ ਆਖਿਆ ਸੀ ਕਿ ਇੱਥੇ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਸੀ, ਇੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ। ਉਹਦੇ ਤੋਂ ਬਾਅਦ ਸੁਖਜਿੰਦਰ ਰੰਧਾਵਾ ਵੀ ਲਾਲ ਪੀਲੇ ਹੋਏ ਸੀ। ਉਹਦੇ ਤੋਂ ਬਾਅਦ ਕਈ ਹੋਰ ਕਾਂਗਰਸੀ ਆਗੂ ਜਿਹੜੇ ਇਸ ਵਕਤ ਆਪਣੀ ਪਾਰਟੀ ਦੇ ਖਿਲਾਫ ਬਗਾਵਤ ਕਰ ਰਹੇ ਨੇ, ਦਿੱਲੀ ਦੇ ਵਿੱਚ ਉਹਨਾਂ ਸਾਰਿਆਂ ਦੀਆਂ ਪੇਸ਼ੀਆਂ ਹੋ ਰਹੀਆਂ ਨੇ। ਤੇ ਅਗਲੀ ਜਿਹੜੀ ਖਬਰ ਹੈ, ਕਿਉਂਕਿ ਇੱਕ ਤੋਂ ਬਾਅਦ ਇੱਕ ਘਟਨਾਵਾਂ ਪੰਜਾਬ ਦਾ ਪਾਰਾ, ਪੰਜਾਬ ਦਾ ਤਾਪਮਾਨ ਚੈੱਕ ਕਰਨੀਆਂ ਮਿਲ ਰਹੀਆਂ ਨੇ। ਵਿਵਾਦਤ ਅਰਦਾਸ ਮਾਮਲਾ ਵੀ ਇਸ ਵਕਤ ਸੁਰਖੀਆਂ ਦੇ ਵਿੱਚ ਹੈ। ਬੀਤੇ ਦਿਨੀ ਖਬਰ ਮਿਲੀ ਸੀ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੋਈ ਹੈ ਤੇ ਉਸ ਦਿਨ ਤਰੀਕ 19 ਮਈ ਸੀ। 19 ਮਈ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਹੱਕ ਵਿੱਚ ਗ੍ਰੰਥੀ ਗੁਰਮੇਲ ਸਿੰਘ ਦੇ ਵੱਲੋਂ ਇੱਕ ਅਰਦਾਸ ਕੀਤੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਖਪਾਲ ਸਿੰਘ ਸਰਾਂ ਨੂੰ ਬਠਿੰਡਾ ਪੁਲਿਸ ਨੇ ਹੁਣ ਨਾਮਜ਼ਦ ਕਰ ਲਿਆ ਹੈ। ਪੁਲਿਸ ਨੇ ਸੁਖਪਾਲ ਸਰਾਂ ਦੇ ਖਿਲਾਫ ਧਾਰਾ 120B IPC ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਣਾ ਬਣਦਾ ਕਿ ਗ੍ਰੰਥੀ ਗੁਰਮੇਲ ਸਿੰਘ ਨੇ ਅਰਦਾਸ ਕੀਤੀ ਸੀ। ਇਸ ਤੋਂ ਬਾਅਦ ਐਡਵੋਕੇਟ ਹਰਪਾਲ ਸਿੰਘ ਖਾਰਾ ਦੀ ਸ਼ਿਕਾਇਤ ਤੇ ਥਾਣਾ ਸਦਰ ਬਠਿੰਡਾ ਪੁਲਿਸ ਨੇ ਮੁਲਜ਼ਮ ਗ੍ਰੰਥੀ ਖਿਲਾਫ 20 ਮਈ ਨੂੰ IPC ਦੀ ਧਾਰਾ 295A ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ, ਉਸ ਨੂੰ ਜੇਲ੍ਹ ਭੇਜਿਆ ਹੋਇਆ ਹੈ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਸੀ ਕਿ ਇਹਦੇ ਵਿੱਚ ਭਾਜਪਾ ਲੀਡਰ ਦਾ ਹੱਥ ਹੈ। ਭਾਜਪਾ ਲੀਡਰ ਸੁਖਪਾਲ ਸਰਾਂ ਨੂੰ ਇਸ ਮਾਮਲੇ ਵਿੱਚ ਹੁਣ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਭਾਜਪਾ ਦਾ ਇਹ ਲੀਡਰ ਸੁਖਪਾਲ ਸਰਾਂ ਇੱਕ ਸਾਜ਼ਿਸ਼ ਦੇ ਤਹਿਤ ਗ੍ਰੰਥੀ ਗੁਰਮੇਲ ਸਿੰਘ ਦੇ ਨਾਲ ਮਿਲ ਕੇ ਜਾਣਬੁੱਝ ਕੇ ਇਹ ਅਰਦਾਸ ਕਰਵਾਉਂਦਾ ਹੈ, ਜਿਸ ਦਾ ਮਕਸਦ ਲੋਕਾਂ ਨੂੰ ਆਪਸ ਦੇ ਵਿੱਚ ਧਰਮ ਦੇ ਨਾਮ ਤੇ ਜਾਤ ਪਾਤ ਦੇ ਆਧਾਰ ਤੇ ਲੜਾਉਣਾ ਸੀ, ਜਿਸ ਦਾ ਸੱਚ ਪੁਲਿਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ। ਪਰ ਮੈਂ ਇੱਥੇ ਦੱਸ ਦਿਆਂ ਕਿ ਇਹ ਜਾਂਚ ਪੁਲਿਸ ਨੇ ਨਹੀਂ ਸੀ ਕੀਤੀ। ਉਹਦੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਵਫਦ SSP ਸਾਹਿਬ ਨੂੰ ਮਿਲਿਆ ਸੀ। ਉਹਦੇ ਤੋਂ ਬਾਅਦ ਐਡਵੋਕੇਟ ਖਾਰਾ ਸਾਹਿਬ ਨੇ ਉਹ ਵੀਡੀਓ ਦੱਸੀ ਸੀ ਕਿ ਆਹ ਚੱਕੋ,
ਅਰਦਾਸ ਤੋਂ ਪਹਿਲਾਂ ਸੁਖਪਾਲ ਸਰਾਂ ਗੁਰਮੇਲ ਸਿੰਘ ਦੇ ਘਰ ਜਾਂਦਾ ਹੈ। ਉਹ ਟਰੈਕਟਰ ਨਵਾਂ ਲੈ ਕੇ ਆਉਂਦਾ ਹੈ। ਪਹਿਲਾਂ ਤਾਂ ਨਹੀਂ ਸੀ ਮੰਨੇ, ਫਿਰ ਦੱਸਿਆ ਕਿ ਆ ਪਜੈਰੋ ਗੱਡੀ ਦੱਸਿਓ ਕਿਹਦੀ ਹੈ, ਆ ਗਨਮੈਨਾਂ ਨਾਲ ਸਫੈਦ ਪੋਸ਼ ਵਿਅਕਤੀਆਂ 'ਚ ਦੱਸਿਓ ਕਿਹੜਾ ਹੈ, ਸਾਫ਼-ਸਾਫ਼ ਨਜ਼ਰ ਆਉਂਦਾ। ਫਿਰ ਖਾਰਾ ਸਾਹਿਬ ਨੇ ਇਹ ਵੀ ਆਖਿਆ ਸੀ ਕਿ ਹੁਣ ਤੱਕ ਉਹ ਪੁਲਿਸ ਮੁਲਾਜ਼ਮਾਂ ਤੋਂ ਜਾਂਚ ਕਿਉਂ ਨਹੀਂ ਕੀਤੀ ਗਈ, ਬਿਆਨ ਕਿਉਂ ਨਹੀਂ ਦਰਜ ਕੀਤੇ ਗਏ, ਵੀਡੀਓ ਵਿੱਚ ਨਜ਼ਰ ਆਉਂਦੀ ਉਸ ਬੀਬੀ ਦੇ ਬਿਆਨ ਕਿਉਂ ਦਰਜ ਨਹੀਂ ਕੀਤੇ ਗਏ। ਪਹਿਲਾਂ ਤਾਂ ਸੁਖਪਾਲ ਸਰਾਂ ਨਹੀਂ ਸੀ ਮੰਨਿਆ, ਪਰ ਬਾਅਦ ਵਿੱਚ ਜਦੋਂ ਗੱਲ ਨੇ ਤੂਲ ਫੜੀ ਫਿਰ ਉਹਨੇ ਆਖਿਆ ਸੀ ਕਿ ਹਾਂ ਮੈਂ ਗੁਰਮੇਲ ਸਿੰਘ ਨੂੰ ਸਨਮਾਨਿਤ ਕੀਤਾ ਤੇ ਮੈਂ ਉਸੇ ਦਿਨ ਸਵਾਲ ਉਠਾਇਆ ਸੀ ਕਿ ਇਹ ਤਾਂ ਦੱਸਿਆ ਜਾਵੇ ਕਿ ਗੁਰਮੇਲ ਸਿੰਘ ਨੇ ਕਿਹੜਾ ਕੱਦੂ 'ਚ ਤੀਰ ਮਾਰਿਆ ਹੈ ਜਿਹਦੇ ਕਰਕੇ ਗੁਰਮੇਲ ਸਿੰਘ ਨੂੰ ਉਹ ਸਨਮਾਨਿਤ ਕੀਤੇ ਜਾਣ ਦੀ ਗੱਲ ਤਸਦੀਕ ਕਰਦਾ ਹੈ। ਸੋ ਹੁਣ ਮਾਮਲਾ ਉੱਥੇ ਆ ਕੇ ਖੜ ਗਿਆ ਜਿਹਦਾ ਲੋਕਾਂ ਦੇ ਵੱਲੋਂ ਪਹਿਲੇ ਦਿਨ ਹੀ ਸ਼ੱਕ ਕੀਤਾ ਜਾ ਰਿਹਾ ਸੀ ਕਿ ਅਸਲ ਦੇ ਵਿੱਚ ਲੋਕਾਂ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ। ਲੋਕਾਂ ਦੇ ਵਿੱਚ ਜਿਹੜੀਆਂ ਭਾਈਚਾਰਕ ਸਾਂਝਾਂ ਨੇ ਉਹਨਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਯਤਨ ਕੀਤੇ ਜਾ ਰਹੇ ਨੇ। ਸੋ ਆਹ ਮਾਮਲਾ ਲਗਭਗ ਉਸੇ ਪਾਸੇ ਨੂੰ ਚੱਲ ਰਿਹਾ ਹੈ ਕਿ ਆਖਰਕਾਰ ਪੁਲਿਸ ਵੱਲੋਂ ਇਹ ਤਸਦੀਕ ਕਰ ਦਿੱਤਾ ਗਿਆ ਹੈ ਕਿ ਭਾਜਪਾ ਆਗੂ ਦੇ ਵੱਲੋਂ ਜਾਣਬੁੱਝ ਕੇ ਇਹ ਅਰਦਾਸ ਕਰਵਾਈ ਗਈ ਤਾਂ ਕਿ ਭਾਈਚਾਰਕ ਫਿਰਕੂ ਦੰਗੇ ਹੋ ਸਕਣ। ਹੁਣ ਅਗਲੀ ਖਬਰ ਹੈ ਜਿਹੜੀ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ। ਇੱਕ ਪਾਸੇ ਕੇਂਦਰ ਸਰਕਾਰ ਹੈ ਤੇ ਦੂਸਰੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ, ਬਹੁਤ ਸਾਰੇ ਮੌਕਿਆਂ ਦੇ ਉੱਤੇ ਆਪਸ ਦੇ ਵਿੱਚ ਮੋਦੀ ਤੇ ਮਮਤਾ ਦੇ ਸਿੰਘ ਪਹਿਲਾਂ ਵੀ ਫਸਦੇ ਰਹੇ ਹੈ ਤੇ ਹੁਣ ਖਬਰ ਮਿਲ ਰਹੀ ਹੈ ਕਿ ਕੇਂਦਰ ਅਤੇ ਪੱਛਮੀ ਬੰਗਾਲ ਦੀ ਸਰਕਾਰ ਦੇ ਵਿਚਕਾਰ ਇਹ ਟਕਰਾਅ ਜਿਹੜਾ ਚੱਲ ਰਿਹਾ ਸੀ ਉਹਨੇ ਇੱਕ ਵਾਰੀ ਫਿਰ ਤੋਂ ਇੱਕ ਨਵਾਂ ਮੋੜ ਲੈ ਰਿਹਾ ਹੈ। ਜਦੋਂ ਬੰਗਾਲ ਦੇ ਮੁੱਖ ਸਕੱਤਰ ਅਲਾਪਨ ਬੰਦੋਪਧਿਆਏ ਉਹਨਾਂ ਨੂੰ ਕੇਂਦਰ ਨੇ ਕਿਹਾ ਸੀ ਕਿ ਸੋਮਵਾਰ ਦੀ ਸਵੇਰੇ ਹੀ ਦਿੱਲੀ ਆਵੇ, ਪਰ ਉਹ ਪਹੁੰਚੇ ਨਹੀਂ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸ਼ਾਮ ਨੂੰ ਆਖਿਆ ਸੀ ਕਿ ਬੰਦੋਪਧਿਆਏ ਕਾਰਨ ਦੱਸੋ ਨੋਟਿਸ ਨੂੰ ਭੇਜ ਦਿੱਤਾ ਗਿਆ ਅਤੇ ਕੇਂਦਰ ਦੀ ਇਸ ਕਾਰਵਾਈ ਦੇ ਕੁਝ ਮਿੰਟਾਂ ਤੋਂ ਬਾਅਦ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਖਿਆ ਕਿ ਉਹਨਾਂ ਨੂੰ ਮੁੱਖ ਸਕੱਤਰ ਅਹੁਦੇ ਤੋਂ ਸੇਵਾ ਮੁਕਤ ਕਰਕੇ ਅਸੀਂ ਆਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕਰ ਲਿਆ, ਭਾਵ ਉਹ ਦਿੱਲੀ ਨਹੀਂ ਆਉਣਗੇ। ਮਮਤਾ ਬੈਨਰਜੀ ਨੇ ਦੱਸਿਆ ਕਿ HK ਦਵੇਦੀ ਨੂੰ ਮੁੱਖ ਸਕੱਤਰ ਅਤੇ ਇੱਕ ਹੋਰ ਵਿਅਕਤੀ ਨੇ ਮਿਸਟਰ ਪਾਲਕਾ, ਉਹਨਾਂ ਨੂੰ ਮੈਂ ਆਪਣਾ ਨਵਾਂ ਸਕੱਤਰ ਨਿਯੁਕਤ ਕਰ ਲਿਆ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਸਕੱਤਰ ਅਲਾਪਨ ਬੰਦੋਪਧਿਆਏ ਨੂੰ ਛੁੱਟੀ ਤੇ ਜਾਣ ਦੀ ਪ੍ਰਵਾਨਗੀ ਦੇਣ ਤੋਂ ਬਾਅਦ 3 ਸਾਲਾਂ ਦੇ ਵਾਸਤੇ ਉਹਨਾਂ ਨੇ ਆਪਣਾ ਸਲਾਹਕਾਰ ਨਿਯੁਕਤ ਕਰ ਲਿਆ, ਭਾਵ ਦਿੱਲੀ ਉਹਦੀ ਉਡੀਕ ਨਾ ਕਰੇ। ਉਹਨਾਂ ਦੀ ਨਿਯੁਕਤੀ ਅੱਜ ਮੰਗਲਵਾਰ ਤੋਂ ਉਹ ਕਹਿੰਦੇ ਲਾਗੂ ਹੋ ਗਈ ਹੈ, ਜਦੋਂ ਕਿ ਕੇਂਦਰ ਨੇ ਉਹਨਾਂ ਨੂੰ ਦਿੱਲੀ ਵਾਪਸੀ ਦੇ ਹੁਕਮ ਚਾੜ ਦਿੱਤੇ ਸਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਕੇਂਦਰ ਨੇ ਮੁੱਖ ਸਕੱਤਰ ਨੂੰ ਮੰਗਲਵਾਰ ਨੂੰ ਪਰਸਨਲ ਵਿਭਾਗ ਵਿੱਚ ਰਿਪੋਰਟ ਕਰਨ ਵਾਸਤੇ ਨਾਰਥ ਬਲਾਕ ਆਉਣ ਵਾਸਤੇ ਆਖ ਦਿੱਤਾ ਸੀ, ਪਰ ਉਹ ਸੂਬਾ ਪ੍ਰਸ਼ਾਸਨ ਦੀ ਪ੍ਰਵਾਨਗੀ ਬਗੈਰ ਇੰਜ ਕਿਸੇ ਨੂੰ ਵਾਪਸ ਆਉਣ ਦੇ ਵਾਸਤੇ ਮਜਬੂਰ ਨਹੀਂ ਕਰ ਸਕਦੇ। ਕੇਂਦਰ ਨੇ ਆਖਿਆ ਸੀ ਕਿ ਜੇਕਰ ਉਹ ਹਾਜ਼ਰ ਨਾ ਹੋਏ ਤਾਂ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਤੇ ਮਮਤਾ ਬੈਨਰਜੀ ਕਹਿੰਦੀ ਤੁਸੀਂ ਸੱਦ ਕੇ ਦਿਖਾਓ। ਉਹਨਾਂ ਦੱਸਿਆ ਕਿ ਮੁੱਖ ਸਕੱਤਰ ਨੂੰ ਕੱਲ ਤੱਕ ਨਾਰਥ ਬਲਾਕ ਪਹੁੰਚਣ ਲਈ ਕੇਂਦਰ ਸਰਕਾਰ ਦੀ ਇੱਕ ਚਿੱਠੀ ਮਿਲੀ ਹੈ। ਇਹ ਮੇਰੀ ਚਿੱਠੀ ਦਾ ਨਹੀਂ ਬਲਕਿ ਮੁੱਖ ਸਕੱਤਰ ਦਾ ਜਵਾਬ ਹੈ। ਮੈਨੂੰ ਮੇਰੀ ਚਿੱਠੀ ਦਾ ਜਵਾਬ ਕੇਂਦਰ ਨੇ ਹਾਲੇ ਤੱਕ ਨਹੀਂ ਭੇਜਿਆ। ਮਮਤਾ ਜੀ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਦਾ ਫੈਸਲਾ ਇੱਕ ਪਾਸੜਾ ਹੈ, ਗੈਰ ਸੰਵਿਧਾਨਕ ਹੈ। ਉਹਨਾਂ ਕਿਹਾ ਕਿ ਅਸੀਂ ਮੁੱਖ ਸਕੱਤਰ ਨੂੰ ਕਾਰਜ ਮੁਕਤ ਨਹੀਂ ਕਰ ਰਹੇ, ਉਹ ਵੀ ਇਸ ਵਕਤ ਜਦੋਂ ਮੁਸੀਬਤ ਦੀ ਘੜੀ ਚੱਲ ਰਹੀ ਹੋਵੇ। ਇੱਕ ਪਾਸੇ ਕੁਦਰਤੀ ਆਫਤ ਤੇ ਦੂਸਰੇ ਪਾਸੇ ਮਹਾਮਾਰੀ। ਉਹ ਕਹਿੰਦੇ ਅੱਜ ਸੇਵਾ ਮੁਕਤ ਹੋਏ ਨੇ, ਪਰ ਉਹਨਾਂ ਨੂੰ ਨਾਲ ਦੀ ਨਾਲ ਮੈਂ ਅਗਲੇ 3 ਸਾਲਾਂ ਦੇ ਵਾਸਤੇ ਆਪਣੇ ਸਲਾਹਕਾਰ ਦੇ ਤੌਰ ਤੇ ਨਿਯੁਕਤ ਕਰ ਲਿਆ ਤੇ ਉਹ ਮੇਰੇ ਨਾਲ ਅਗਲੇ 3 ਵਰ੍ਹਿਆਂ ਤੱਕ ਕੰਮ ਕਰਦੇ ਰਹਿਣਗੇ। ਹੁਣ ਇਹ ਪਹਿਲਾ ਮੌਕਾ ਨਹੀਂ ਜਦੋਂ ਕਿਸੇ ਮੁੱਦੇ ਦੇ ਉੱਤੇ, ਕਿਸੇ ਮਸਲੇ ਦੇ ਉੱਤੇ ਕੇਂਦਰ ਤੇ ਮਮਤਾ ਬੈਨਰਜੀ ਦੇ ਸਿੰਘ ਫਸੇ ਹੋਣ। ਉਹਨਾਂ ਨੇ ਕੇਂਦਰ ਸਰਕਾਰ ਨੂੰ ਸਿੱਧਾ ਸਿੱਧਾ ਆਖ ਦਿੱਤਾ ਕਿ ਤੁਸੀਂ ਧੱਕਾ ਨਹੀਂ ਕਰ ਸਕਦੇ, ਇਹ ਗੈਰ ਸੰਵਿਧਾਨਕ ਹੈ, ਇੰਜ ਹੋ ਨਹੀਂ ਸਕਦਾ। ਹੁਣ ਵੇਖਦੇ ਹਾਂ ਕਿ ਉਹਨਾਂ ਨੇ ਆਖਿਆ ਸੀ ਕਿ ਜੇ ਮੰਗਲਵਾਰ ਦੀ ਸਵੇਰ ਤੱਕ ਇਹ ਅਧਿਕਾਰੀ ਸਾਡੇ ਕੋਲ ਆ ਕੇ ਰਿਪੋਰਟ ਨਹੀਂ ਉਹ ਕਰਦੇ ਤਾਂ ਇਹਨਾਂ ਦੇ ਖਿਲਾਫ ਵਿਭਾਗੀ ਅਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ। ਮਮਤਾ ਬੈਨਰਜੀ ਉਹਨਾਂ ਦੇ ਨਾਲ ਚਟਾਨ ਵਾਂਗ ਖੜ ਗਏ ਆ, ਕਹਿੰਦੇ ਇਹ ਗੈਰ ਸੰਵਿਧਾਨਕ ਕਾਰਵਾਈ ਤੁਸੀਂ ਕਰ ਨਹੀਂ ਸਕਦੇ ਤੇ ਸਾਡੇ ਕੋਲੋਂ ਇਸ ਬੰਦੇ ਨੂੰ ਤੁਸੀਂ ਬੁਲਾ ਨਹੀਂ ਸਕਦੇ। ਹੁਣ ਵੇਖਦੇ ਹਾਂ ਕਿ ਇਹਦੇ ਤੋਂ ਬਾਅਦ ਕੇਂਦਰ ਸਰਕਾਰ ਮਮਤਾ ਬੈਨਰਜੀ ਤੇ ਜਾਂ ਉਹਨਾਂ ਦੀ ਸਰਕਾਰ ਜਾਂ ਉਸ ਅਧਿਕਾਰੀ ਦੇ ਖਿਲਾਫ ਕੋਈ ਫੈਸਲਾ ਲੈਂਦੀ ਹੈ ਜਾਂ ਫਿਰ ਨਹੀਂ। ਅਗਲੀ ਵੀ ਬਹੁਤ ਵੱਡੀ ਖਬਰ ਹੈ। ਈਡੀ ਦੇ ਬਹੁਤ ਚਰਚਿਤ ਅਧਿਕਾਰੀ ਨੇ ਨਰਿੰਦਰ ਸਿੰਘ, ਆਖਰੀ ਦਿਨ ਉਹਨਾਂ ਨੂੰ ਚਾਰਜ ਸ਼ੀਟ ਕਰ ਲਿਆ ਗਿਆ। ਸ਼ਾਇਦ ਤੁਹਾਨੂੰ ਯਾਦ ਆ ਜਾਏ, ਸੈਂਕੜੇ ਕਰੋੜ ਦਾ
ਭੋਲਾ ਡਰੱਗਸ ਐਕਟ ਹੋਇਆ ਸੀ। ਉਸ ਮਾਮਲੇ ਦੀ ਜਾਂਚ ਚੋਟੀ ਦੇ ਸਿਆਸਤਦਾਨਾਂ ਨੂੰ ਸ਼ਾਮਲ ਕਰਕੇ ਇਸ ਅਧਿਕਾਰੀ ਨੇ ਉਹਨਾਂ ਦੀ ਨੀਂਦ ਉਡਾ ਦਿੱਤੀ ਸੀ। ਈਡੀ ਦੇ ਡਿਪਟੀ ਡਾਇਰੈਕਟਰ, ਇਹਨਾਂ ਦਾ ਨਾਮ ਨਿਰੰਜਨ ਸਿੰਘ, ਕੱਲ ਸੋਮਵਾਰ ਵਾਲੇ ਦਿਨ 60 ਵਰਿਆਂ ਦੀ ਉਮਰ ਪੂਰੀ ਹੋਣ ਤੇ ਉਹ ਖਾਮੋਸ਼ੀ ਨਾਲ ਰਿਟਾਇਰ ਹੋਏ ਨੇ। ਨਿਰੰਜਨ ਸਿੰਘ ਨੇ, ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ ਸਾਲ 2012 ਵਿੱਚ ਜਲੰਧਰ ਦਫ਼ਤਰ ਦੀ ਕੁਰਸੀ ਸੰਭਾਲੀ ਸੀ। ਈਡੀ 'ਚ ਆਪਣੇ 35 ਵਰਿਆਂ ਦੇ ਕਾਰਜਕਾਲ ਦੌਰਾਨ ਨਿਰੰਜਨ ਸਿੰਘ ਮਦਰਾਸ, ਜਿਸ ਨੂੰ ਹੁਣ ਆਪਾਂ ਚੇਨਈ ਕਹਿੰਦੇ ਹਾਂ, ਸ਼੍ਰੀਨਗਰ, ਦਿੱਲੀ, ਚੰਡੀਗੜ੍ਹ ਤੇ ਕੋਲਕਾਤਾ ਵਿੱਚ ਤਾਇਨਾਤ ਰਹੇ। ਵਿਭਾਗ ਨੇ ਉਹਨਾਂ ਦੇ ਰਿਟਾਇਰ ਹੁੰਦੇ ਹੀ ਤੋਹਫੇ ਵਜੋਂ ਬੇਟੀ ਦੇ ਵਿਆਹ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਪਰਫਾਰਮੈਂਸ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਕਰਨੀ ਸੀ, ਚਾਰਜ ਸ਼ੀਟ ਕਰ ਦਿੱਤੀ ਹੈ। ਭੋਲਾ ਡਰੱਗਸ ਐਕਟ ਮਾਮਲੇ ਦੀ ਜਾਂਚ 80 ਲੋਕਾਂ ਨੂੰ ਚਾਰਜ ਸ਼ੀਟ ਕਰਨ, ਲਗਭਗ 400 ਕਰੋੜ ਦੀ ਪ੍ਰਾਪਰਟੀ ਅਟੈਚ ਕਰਨਾ, ਮੰਤਰੀਆਂ ਦੇ ਅਸਤੀਫੇ ਅਤੇ ਚੋਟੀ ਦੇ ਸਿਆਸਤਦਾਨਾਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਤੋਂ ਇਲਾਵਾ ਇਸ ਰੈਕਟ ਦੇ ਕਿੰਗ ਪਿਨ ਭੋਲਾ ਨੂੰ ਹਾਲੇ ਤੱਕ ਜ਼ਮਾਨਤ ਪਾਉਣ ਨੂੰ ਉਹ ਟਰਨਿੰਗ ਪੁਆਇੰਟ ਮੰਨਦੇ ਹੈ। ਨਿਰੰਜਨ ਸਿੰਘ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਕੋਈ ਮੇਰੇ ਵਾਸਤੇ ਆਸਾਨ ਨਹੀਂ ਸੀ। ਇੱਕ ਪਾਸੇ ਨੌਕਰੀ ਦਾ ਫਰਜ਼ ਸੀ ਅਤੇ ਦੂਸਰੇ ਪਾਸੇ ਮੇਰੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਸੀ। ਜਿਨ੍ਹਾਂ ਲੋਕਾਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਵਿੱਚੋਂ ਕੋਈ ਸ਼ੂਟਰ ਸੀ ਤੇ ਅਦਾਲਤ ਦੇ ਵਿੱਚ ਹਥਿਆਰੇ ਸਾਬਤ ਹੋ ਚੁੱਕੇ ਸਨ ਜਾਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਨ। ਹਾਲਾਂਕਿ ਨਿਰੰਜਨ ਸਿੰਘ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਉਹਨਾਂ ਦੀ ਜਾਂਚ ਉਹਨਾਂ ਦੇ ਹੀ ਵਿਭਾਗ ਜਾਂ ਸਰਕਾਰ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਜੇਕਰ ਉਹ ਕਹਿੰਦੇ ਮਦਦ ਕੀਤੀ ਗਈ ਹੁੰਦੀ ਤਾਂ ਅਫਗਾਨਿਸਤਾਨ, ਪਾਕਿਸਤਾਨ, ਦੁਬਈ, ਕੈਨੇਡਾ ਆਦਿ ਦੇ ਕਨੈਕਸ਼ਨ ਹੁਣ ਤੱਕ ਸਾਹਮਣੇ ਹੋਰ ਆਏ ਹੁੰਦੇ ਅਤੇ ਇੰਡੀਆ ਦੇ ਵੀ ਕਈ ਲੋਕ ਇਸ ਰੈਕਟ ਦੇ ਵਿੱਚ ਸ਼ਾਮਲ ਪਾਏ ਜਾ ਚੁੱਕੇ ਹੁੰਦੇ। ਹਾਲਾਂਕਿ ਇਸੇ ਕੇਸ ਦੀ ਜਾਂਚ ਦੌਰਾਨ 16 ਜਨਵਰੀ 2015 ਨੂੰ ਉਹਨਾਂ ਦਾ ਤਬਾਦਲਾ ਕੋਲਕਾਤਾ ਵਿੱਚ ਕਰ ਦਿੱਤਾ ਗਿਆ, ਪਰ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਉਹਨਾਂ ਦਾ ਇਹ ਤਬਾਦਲਾ ਫਿਰ ਰੱਦ ਕਰਨਾ ਪਿਆ ਸੀ ਤੇ ਉਹ ਦੁਬਾਰਾ ਜਲੰਧਰ ਦੇ ਵਿੱਚ ਫਿਰ ਨਿਯੁਕਤ ਕਰਨੇ ਪਏ ਸਨ। ਪਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਗੱਲ ਬੜੀ ਮਹੱਤਵਪੂਰਨ ਹੈ। ਨਿਰੰਜਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਹ ਨਾਰਾਜ਼ਗੀ ਜ਼ਰੂਰ ਰਹੇਗੀ ਕਿ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀ ਕੇ 150 ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ। ਜਦੋਂ ਉਹਨਾਂ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਕੋਈ ਸਹਿਯੋਗ ਨਾ ਦਿੱਤਾ ਗਿਆ। ਆ ਫਿਰ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਪਹਿਲੀ ਸਰਕਾਰ ਜਿਹੜੀ ਬਾਦਲਾਂ ਦੀ ਸਰਕਾਰ ਸੀ, ਉਸ ਵੇਲੇ ਉਹ ਜ਼ਿਕਰ ਕਰ ਰਹੇ ਨੇ, ਉਹ ਸਾਲਾਂ ਦਾ ਜ਼ਿਕਰ ਕਰ ਰਹੇ ਕਿ ਉਸ ਵੇਲੇ ਦੀ ਸਰਕਾਰ ਨੇ ਮੈਨੂੰ ਸਹਿਯੋਗ ਨਹੀਂ ਕੀਤਾ। ਪਰ ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹ ਜ਼ਹਿਰੀਲੀ ਸ਼ਰਾਬ ਪੀ ਕੇ ਮੌਤਾਂ ਹੋਈਆਂ। ਪੰਜਾਬ ਪੁਲਿਸ ਸਿੱਧੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਹੈ, ਕਿਉਂਕਿ ਗ੍ਰਹਿ ਮੰਤਰੀ ਵੀ ਉਹ ਖੁਦ ਨੇ ਪੰਜਾਬ ਦੇ। ਉਹਨਾਂ ਦਾ ਇੱਕ ਵਾਰੀ ਫਿਰ ਜ਼ਿਕਰ ਕਰਨਾ ਕਿ ਮੈਨੂੰ ਪੰਜਾਬ ਪੁਲਿਸ ਵੱਲੋਂ ਫਿਰ ਸਹਿਯੋਗ ਨਾ ਦਿੱਤਾ ਗਿਆ, ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦੀ ਹੈ। ਉਹ ਕਹਿੰਦੇ ਜਦੋਂ ਪੁਲਿਸ ਰਿਕਾਰਡ ਦੇਣ ਵਿੱਚ ਮਜਬੂਰ ਹੋ ਗਈ ਤਾਂ ਉਸ ਤੋਂ ਬਾਅਦ ਕੇਸ ਦੀ ਕੋਈ ਵੀ ਫਾਈਲ ਜਿਹੜੀ ਸੀ ਉਹ ਦਿੱਲੀ ਮੰਗਵਾ ਲਈ ਗਈ। ਪਿਛਲੇ 1 ਸਾਲ ਤੋਂ ਫਾਈਲ ਦਿੱਲੀ 'ਚ ਹੈ ਅਤੇ ਜਾਂਚ ਸਿਫਰ ਤੇ ਖੜੀ ਹੈ। ਮੁਲਜ਼ਮ ਉਹ ਕਹਿੰਦੇ ਖੁੱਲੇ ਘੁੰਮ ਰਹੇ ਨੇ। ਨਿਰੰਜਨ ਸਿੰਘ ਇਸ ਨੂੰ ਪੰਜਾਬ ਨਾਲ ਧੋਖਾ ਦੱਸਦੇ ਨੇ। ਨਿਰੰਜਨ ਸਿੰਘ ਨੇ ਆਖਿਆ ਕਿ ਉਹਨਾਂ ਨੂੰ ਦੂਜੀ ਨਾਰਾਜ਼ਗੀ ਕੰਧੋਲਾ ਡਰੱਗਸ ਰੈਕਟ ਮਾਮਲੇ ਵਿੱਚ ਵੀ ਹੈ। ਇੰਸਪੈਕਟਰ ਇੰਦਰਜੀਤ ਸਿੰਘ ਦਾ ਫਾਈਲ ਦਾ ਟਰਾਂਸਫਰ ਹੋ ਜਾਣਾ, ਉਹ ਕਹਿੰਦੇ ਇਸ ਗੱਲ ਦੀ ਮੈਨੂੰ ਨਾਰਾਜ਼ਗੀ ਹੈ। ਹਾਲਾਂਕਿ ਇਸ ਮਾਮਲੇ ਦਾ ਕਿੰਗ ਪਿਨ ਕੰਧੋਲਾ ਉਹ ਕਹਿੰਦੇ ਹਾਲੇ ਵੀ ਜੇਲ੍ਹ 'ਚ ਹੈ ਤੇ ਜ਼ਮਾਨਤ ਵੀ ਨਹੀਂ ਲੈ ਸਕਿਆ। ਉਹਨਾਂ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਰਹੀ ਕਿ ਜਿਹੜੀ ਵੀ ਫਾਈਲ, ਜਿਹੜਾ ਵੀ ਕੇਸ ਉਹਨਾਂ ਨੂੰ ਮਿਲੇ ਉਸ ਦੀ ਜਾਂਚ ਦੇ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ, ਕੋਈ ਲਾਪਰਵਾਹੀ ਨਾ ਵਰਤੀ ਜਾਵੇ। ਉਹਨਾਂ ਨੂੰ ਵਿਭਾਗ ਦਾ ਸਰਕਾਰ ਵੱਲੋਂ ਸਹਿਯੋਗ ਨਹੀਂ ਮਿਲਿਆ। ਕੇਸਾਂ ਦੀ ਜਾਂਚ ਦੌਰਾਨ ਬਾਹਰ ਦੇ ਅਧਿਕਾਰੀ ਬੁਲਾ ਕੇ ਉਹਨਾਂ ਦੇ ਕਮਰੇ ਵਿੱਚ ਬਿਠਾਏ ਜਾਂਦੇ ਰਹੇ। ਤੁਸੀਂ ਦੇਖੋ ਕਿ ਕੈਸੇ ਖੁਲਾਸੇ ਕਰ ਰਹੇ ਆ। ਉਹ ਕਹਿੰਦੇ ਜਿਹੜੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਪੂਰਾ ਜ਼ੋਰ ਲਾਉਂਦੇ ਹੁੰਦੇ ਸੀ, ਕਦੇ ਉਹਨਾਂ ਤੋਂ ਸਰਕਾਰੀ ਵਾਹਨ ਤੇ ਕਦੇ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਜਾਂਦੀ ਰਹੀ। ਈਡੀ ਵੱਲੋਂ ਨਿਰੰਜਨ ਸਿੰਘ ਨੂੰ ਰਿਟਾਇਰ ਹੋਣ ਵਾਲੇ ਦਿਨ ਚਾਰਜ ਸ਼ੀਟ ਕੀਤੇ ਜਾਣ ਪਿੱਛੋਂ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਉਹ ਵੀ ਚੁੱਪ ਬੈਠਣ ਵਾਲੇ ਨਹੀਂ। 4 ਸਾਲ ਪਹਿਲਾਂ ਦੱਸਣਾ ਬਣਦਾ ਕਿ ਉਹਨਾਂ ਦੀ ਬੇਟੀ ਦਾ ਵਿਆਹ ਸੀ। ਵਿਆਹ ਦੇ ਵਿੱਚ ਦਿਲਜੀਤ ਦੋਸਾਂਝ ਦੇ ਵੱਲੋਂ ਪਰਫਾਰਮੈਂਸ ਦਿੱਤੀ ਗਈ ਤੇ ਇਸ ਮਾਮਲੇ ਵਿੱਚ ਈਡੀ ਦੇ ਹੀ ਇੱਕ ਅਧਿਕਾਰੀ ਨੂੰ ਗਵਾਹ ਬਣਾ ਕੇ ਨਿਰੰਜਨ ਸਿੰਘ ਨੂੰ ਚਾਰਜ ਸ਼ੀਟ ਕਰ ਲਿਆ ਗਿਆ, ਜਦਕਿ ਨਿਰੰਜਨ ਸਿੰਘ ਖਿਲਾਫ
3 ਸਾਲ ਪਹਿਲਾਂ ਹੀ ਇਸ ਮਾਮਲੇ ਵਿੱਚ ਵਿਭਾਗੀ ਜਾਂਚ ਕੀਤੀ ਜਾ ਚੁੱਕੀ ਹੈ। ਤੇ ਉਹ ਦੱਸਦੇ ਆ ਕਿ ਦਿਲਜੀਤ ਮੁਫਤ ਵਿੱਚ ਨਹੀਂ ਸੀ ਮੈਂ ਲਿਆਂਦਾ। ਉਹ ਕਹਿੰਦੇ ਦਿਲਜੀਤ ਦੋਸਾਂਝ ਨੂੰ 2 ਲੱਖ ਰੁਪਏ ਦੀ ਮੇਰੇ ਵੱਲੋਂ ਪੇਮੈਂਟ ਕੀਤੀ ਗਈ ਸੀ। ਇਸ ਦੀ ਜਾਣਕਾਰੀ ਉਹਨਾਂ ਨੇ ਵਿਭਾਗੀ ਜਾਂਚ ਵਿੱਚ ਵੀ ਦਿੱਤੀ ਸੀ। ਉਸ ਸਮੇਂ ਦਿਲਜੀਤ, ਜਿਹੜੀ ਸਭ ਤੋਂ ਮਹੱਤਵਪੂਰਨ ਇਸ ਖਬਰ ਦਾ ਪਹਿਲੂ ਇਹ ਵੀ ਹੈ ਕਿ ਜਦੋਂ ਉਹ ਈਡੀ ਦੇ ਅਧਿਕਾਰੀ ਨਿਰੰਜਨ ਸਿੰਘ ਦੀ ਬੇਟੀ ਦੇ ਵਿਆਹ ਦੇ ਵਿੱਚ ਪਰਫਾਰਮੈਂਸ ਕਰ ਰਹੇ ਹੈ, ਸਵਾਲ ਇਸ ਕਰਕੇ ਖੜਾ ਹੋਇਆ ਸੀ ਕਿ ਉਸ ਵਕਤ ਦਿਲਜੀਤ ਦੇ ਖਿਲਾਫ ਈਡੀ ਦੀ ਜਾਂਚ ਚੱਲ ਰਹੀ ਸੀ ਤੇ ਨਿਰੰਜਨ ਸਿੰਘ ਦੀ ਬੇਟੀ ਦੇ ਵਿਆਹ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਫਿਰ ਸਵਾਲ ਉੱਠਣਾ ਸੁਭਾਵਿਕ ਸੀ। ਨਿਰੰਜਨ ਸਿੰਘ ਦਾ ਕਹਿਣਾ ਹੈ ਕਿ ਇਹ ਫੈਸਲਾ ਉਹਨਾਂ ਦੀ ਸਮਝ ਤੋਂ ਪਰੇ ਹੈ। ਫਿਲਹਾਲ ਵਿਭਾਗ ਦੀ ਬਜਾਏ ਅਜਿਹੇ ਮੰਤਰਾਲੇ ਵੱਲੋਂ ਤੈਅ ਕੀਤੇ ਜਾਂਦੇ ਰਹੇ ਹੈ। ਨਿਰੰਜਨ ਸਿੰਘ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਕਿਸੇ ਵੀ ਸਿਆਸੀ ਪਾਰਟੀ ਨੂੰ ਜੁਆਇਨ ਕਰਨ ਦਾ ਉਹਨਾਂ ਦਾ ਕੋਈ ਮਨ ਨਹੀਂ, ਚੋਣ ਲੜਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਤੇ ਉਹ ਇਸ ਸੰਭਾਵਨਾ ਵੀ ਰੱਦ ਕਰ ਚੁੱਕੇ ਆ ਕਿ ਮੈਂ ਕਿਸੇ ਪਾਰਟੀ ਨੂੰ ਜੁਆਇਨ ਕਰਾਂਗਾ। ਉਹਨਾਂ ਕਿਹਾ ਕਿ ਹਾਲਾਂਕਿ ਲੋਕਾਂ ਦੀ ਸੇਵਾ ਲਈ ਉਹ ਅੱਜ ਵੀ ਤਿਆਰ ਨੇ ਤੇ ਤਿਆਰ ਰਹਿਣਗੇ। ਪਰ ਜੇ ਹੁਣ ਇਸ ਖਬਰ ਤੇ ਟਿੱਪਣੀ ਕਰੀਏ ਕਿ ਦੇਖੋ ਕਿ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਪਹਿਲੀ ਸਰਕਾਰ ਸੀ ਉਹ ਮੇਰਾ ਸਹਿਯੋਗ ਨਹੀਂ ਸੀ ਕਰਦੀ, ਆਹ ਜਿਹੜੀ ਸਮੇਂ ਦੀ ਸਰਕਾਰ ਹੈ ਇਹ ਮੇਰਾ ਸਹਿਯੋਗ ਨਹੀਂ ਸੀ ਕਰਦੀ, ਇੱਥੋਂ ਤੱਕ ਕਿ ਉਸ ਦੇ ਦਫ਼ਤਰ ਦੇ ਵਿੱਚ ਲਿਆ ਕੇ ਬਾਹਰਲੇ ਅਧਿਕਾਰੀਆਂ ਨੂੰ ਬਿਠਾਉਣਾ ਤੇ ਜਾਂਚ ਨੂੰ ਪ੍ਰਭਾਵਿਤ ਕਰਨਾ ਕੀ ਇਸ਼ਾਰੇ ਦਿੰਦਾ ਹੈ ਕਿ ਕੀ ਸਰਕਾਰਾਂ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰਦੀਆਂ ਨੇ ਜਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਕੰਮ ਕਰਦੀਆਂ ਨੇ। ਤੁਸੀਂ ਫੈਸਲਾ ਆਪ ਇਸ ਖਬਰ ਤੋਂ ਅੰਦਾਜ਼ਾ ਲਾ ਸਕਦੇ ਹੋ। ਤੇ ਨਾਲ ਹੀ ਕਿ ਕਦੇ ਮੇਰੀ ਗੱਡੀ ਮੇਰੇ ਤੋਂ ਵਾਪਸ ਲੈ ਲੈਣੀ, ਕਦੇ ਮੇਰੇ ਤੋਂ ਸਿਕਿਉਰਿਟੀ ਮੇਰੀ ਵਾਪਸ ਲੈ ਲੈਣੀ, ਕੀ ਇਸ਼ਾਰੇ ਕਰਦੀ ਹੈ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਰਿਹਾ, ਤੰਗ ਕੀਤਾ ਜਾਂਦਾ ਰਿਹਾ। ਤੇ ਦੂਸਰਾ, ਜਿਹੜੇ ਦਿਨ ਉਹਨਾਂ ਦੀ ਰਿਟਾਇਰਮੈਂਟ ਉਸੇ ਦਿਨ ਉਹਨਾਂ ਦੇ ਖਿਲਾਫ ਚਾਰਜਸ਼ੀਟ ਕਰਨੀ। ਨੌਕਰੀ ਤੇ ਰਹਿੰਦਿਆਂ ਵਿਭਾਗ ਦੇ ਵੱਲੋਂ, ਨੌਕਰੀ ਤੇ ਰਹਿੰਦਿਆਂ ਸਰਕਾਰ ਦੇ ਵੱਲੋਂ ਸਹਿਯੋਗ ਨਾ ਕੀਤਾ ਗਿਆ, ਪਰ ਜਿਹੜੇ ਤਰੀਕੇ ਨਾਲ ਆਖਰੀ ਦਿਨ ਰਿਟਾਇਰਮੈਂਟ ਵਾਲੇ ਦਿਨ ਉਹਨਾਂ ਨੂੰ ਚਾਰਜਸ਼ੀਟ ਕਰ ਲਿਆ ਗਿਆ, ਇਹ ਹੋਰ ਸਵਾਲ ਖੜੇ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਵਿੱਚ ਇਹ ਸਰਕਾਰਾਂ ਹੋਰ ਵਾਧਾ ਕਰ ਸਕਦੀਆਂ ਨੇ। ਇੱਕ ਪਾਸੇ ਲੋਕ ਕਹਿੰਦੇ ਆ ਕਿ ਲੋਕ ਇਮਾਨਦਾਰ ਨਹੀਂ ਮਿਲਦੇ, ਦੂਸਰੇ ਪਾਸੇ ਜੇਕਰ ਕੋਈ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਵੇਖ ਲਓ ਕਿ ਉਹਦਾ ਅੰਜਾਮ ਕੀ ਹੋ ਰਿਹਾ ਹੈ, ਉਹਦਾ ਹਸ਼ਰ ਕੀ ਹੋ ਸਕਦਾ ਹੈ। ਤੇ ਨਾਲ ਉਹ ਕਹਿੰਦੇ ਜਿਹੜੇ ਅਧਿਕਾਰੀਆਂ ਦੇ ਖਿਲਾਫ ਜਾਂ ਜਿਹੜੇ ਦੋਸ਼ੀਆਂ ਦੇ ਖਿਲਾਫ ਮੈਂ ਜਾਂਚ ਕਰਦਾ ਸੀ, ਉਹਨਾਂ ਵਿੱਚ ਕੁਝ ਮੰਤਰੀ ਵੀ ਸੀ, ਕੁਝ ਅਫਸਰ ਵੀ ਸੀ ਤੇ ਉਹ ਜਾਂਚ, ਉਹ ਪੜਤਾਲ ਮੇਰੇ ਵਾਸਤੇ ਕੋਈ ਸੁਖਾਲੀ ਨਹੀਂ ਸੀ, ਪਰ ਫਿਰ ਵੀ ਮੈਂ ਆਪਣਾ ਫਰਜ਼ ਸਮਝਦਾ ਰਿਹਾ, ਕਦੇ ਢਿੱਲ ਨਹੀਂ ਵਰਤੀ, ਲਾਪਰਵਾਹੀ ਨਹੀਂ ਤੇ ਨਾ ਹੀ ਕਦੇ ਨੌਕਰੀ ਵਿੱਚ ਕੁਤਾਹੀ। ਸੁਣ ਅਗਲੀ ਖਬਰ ਹੈ ਜਿਹੜੀ ਕਿਸਾਨੀ ਧਰਨਾ ਚੱਲ ਰਿਹਾ ਹੈ। ਕਿੰਨੀਆਂ ਹੀ ਜਾਨਾਂ ਲਗਭਗ ਰੋਜ਼ ਜਾਂ 1-2 ਦਿਨ ਛੱਡ ਕੇ ਤੁਹਾਡੇ ਨਾਲ ਪ੍ਰੋਗਰਾਮ ਦੌਰਾਨ ਸ਼ਾਮਲ ਕਰਨੀ ਪੈਂਦੀ ਹੈ ਕਿ ਕਿਸੇ ਨਾ ਕਿਸੇ ਕਿਸਾਨ ਦੀ ਜਿੰਦ ਇਸ ਸੰਘਰਸ਼ ਲੇਖੇ ਲੱਗ ਗਈ ਹੈ। ਲੋਕ ਮਾਰੂ ਖੇਤੀ ਕਾਨੂੰਨਾਂ ਦੇ ਖਿਲਾਫ ਸਿੰਘੂ ਤੇ ਕੁੰਡਲੀ ਤੇ ਗਾਜ਼ੀਪੁਰ ਸਰਹੱਦ ਤੇ ਲਗਾਤਾਰ ਮੋਰਚਾ ਲੱਗਿਆ ਹੋਇਆ ਹੈ ਤੇ ਜਾਣਕਾਰੀ ਮਿਲ ਰਹੀ ਹੈ ਕਿ ਮੋਰਚੇ 'ਚੋਂ ਬਿਮਾਰ ਹੋਣ ਕਾਰਨ ਬੀਤੇ ਦਿਨੀ ਪਰਤੇ ਪਿੰਡ ਰਾਜਿਆਣਾ ਦੇ 69 ਵਰ੍ਹਿਆਂ ਦੇ ਕਿਸਾਨ ਜਗਤਾਰ ਸਿੰਘ ਦੀ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਅਤੇ ਬਲਾਕ ਸਕੱਤਰ ਜਸਮੇਲ ਸਿੰਘ ਗੋਰਾ ਉਹਨਾਂ ਨੇ ਦੱਸਿਆ ਕਿ ਕਿਸਾਨ ਜਗਤਾਰ ਸਿੰਘ ਕੋਲ ਬਹੁਤ ਹੀ ਘੱਟ ਜ਼ਮੀਨ ਸੀ, ਜਿਸ ਨਾਲ ਪਰਿਵਾਰ ਦਾ ਜਿਹੜਾ ਗੁਜ਼ਾਰਾ ਹੈ, ਖਰਚਾ ਬੜੀ ਮੁਸ਼ਕਲ ਨਾਲ ਚੱਲਦਾ ਸੀ, ਪਰ ਫਿਰ ਵੀ ਉਹ ਕਿਸਾਨੀ ਧਰਨੇ ਵਿੱਚ ਡਟੇ ਹੋਏ ਸੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਸ਼ਹੀਦ ਕਿਸਾਨਾਂ ਨੂੰ ਐਲਾਨੀ ਗਈ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਂਦੀ ਹੈ, ਪੀੜਤ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਉਹ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾਵੇ ਤਾਂ ਜੋ ਸ਼ਹੀਦ ਕਿਸਾਨ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ। ਇਸੇ ਤਰ੍ਹਾਂ ਇੱਕ ਖਬਰ ਹੋਰ ਮਿਲੀ ਕਿ ਦਿੱਲੀ ਮੋਰਚੇ ਵਿੱਚੋਂ ਬਿਮਾਰ ਹੋਣ ਤੋਂ ਬਾਅਦ ਘਰ ਪਰਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਵਰਕਰ ਲਗਭਗ 78 ਵਰ੍ਹਿਆਂ ਦੇ ਲਾਭ ਸਿੰਘ, ਜੋ ਕਿ ਭੁੱਚੋ ਖੁਰਦ ਦੇ ਰਹਿਣ ਵਾਲੇ ਸਨ, ਉਹਨਾਂ ਦੀ ਵੀ ਮੌਤ ਹੋ ਗਈ ਹੈ। ਉਹਨਾਂ ਦਾ ਇਲਾਜ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਮੋਰਚੇ ਤੇ ਲਾਭ ਸਿੰਘ ਨੂੰ ਨਮੂਨੀਏ ਦੀ ਸ਼ਿਕਾਇਤ ਹੋਈ, ਉਸ ਤੋਂ ਬਾਅਦ ਉਹ ਘਰ ਵਾਪਸ ਪਰਤ ਆਏ। ਕੁਝ ਦਿਨਾਂ ਬਾਅਦ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਵਧੀ, ਤਕਲੀਫ ਹੋਰ ਵੱਧ ਗਈ। ਇਹ ਵੀ ਪਤਾ ਲੱਗਿਆ ਕਿ ਲਾਭ ਸਿੰਘ ਵੀ ਕੋਈ ਬਹੁਤੇ ਵੱਡੇ ਕਿਸਾਨ ਨਹੀਂ ਸਨ, ਸਿਰਫ 2-2.5 ਏਕੜ ਜ਼ਮੀਨ ਸੀ। ਉਹਨਾਂ ਦੇ ਸਿਰ ਕੁਝ ਪ੍ਰਾਈਵੇਟ ਕਰਜ਼ਾ ਵੀ, ਨਿੱਜੀ ਵੀ ਅਤੇ ਇੱਕ ਬੈਂਕ ਦਾ ਕਰਜ਼ ਵੀ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਏਸੀ ਅੰਦੋਲਨ ਚੋਂ ਪਰਤੇ ਘਨੌਰ ਦੇ ਨੇੜਲੇ ਪਿੰਡ ਰੁੜਕੀ ਦੇ ਇੱਕ ਕਿਸਾਨ, ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਹਰਬੰਸ ਸਿੰਘ ਸਨ, ਉਹਨਾਂ ਦੀ ਵੀ ਇਲਾਜ ਅਧੀਨ ਮੌਤ ਹੋ ਗਈ।
ਹਰਬੰਸ ਸਿੰਘ ਲਗਭਗ 45 ਵਰ੍ਹਿਆਂ ਦੇ ਸਨ ਅਤੇ ਬੀਤੇ ਨਵੰਬਰ ਮਹੀਨੇ ਤੋਂ ਦਿੱਲੀ ਦੇ ਸਿੰਘੂ ਸਰਹੱਦ ਤੇ ਡਟੇ ਹੋਏ ਸੀ ਅਤੇ ਬੀਤੇ ਮਹੀਨੇ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਸ਼ਾਹਬਾਦ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਨਾ ਪਿਆ ਸੀ, ਜਿੱਥੇ ਜਾਣਕਾਰੀ ਮਿਲ ਰਹੀ ਹੈ ਕਿ ਇਲਾਜ ਅਧੀਨ ਉਹਨਾਂ ਦੀ ਵੀ ਅੱਜ ਮੌਤ ਹੋ ਗਈ ਹੈ। ਇਸੇ ਤਰ੍ਹਾਂ ਇੱਕ ਦੁਖਦਾਇਕ ਖਬਰ ਇਹ ਵੀ ਹੈ ਕਿ ਇਹਨਾਂ ਦੇ ਇਕਲੌਤੇ ਪੁੱਤਰ ਸਨ 20 ਵਰ੍ਹਿਆਂ ਦੇ ਗੁਰਸੇਵਕ ਸਿੰਘ। ਉਹਨਾਂ ਦਾ 27 ਤਰੀਕ ਨੂੰ ਆਪਣੇ ਪਿਤਾ ਦੀ ਗੰਭੀਰ ਬਿਮਾਰੀ ਦੇ ਕਾਰਨ ਮਾਨਸਿਕ ਪਰੇਸ਼ਾਨੀ ਝੱਲ ਨਾ ਹੋਈ, ਉਹਨਾਂ ਦੀ ਵੀ ਮੌਤ ਹੋ ਗਈ ਸੀ। ਇਸ ਕਿਸਾਨ ਦੇ ਪਰਿਵਾਰ ਦੇ ਵਿੱਚ ਇਹਨਾਂ ਦੀ ਪਤਨੀ ਅਤੇ ਇੱਕ ਧੀ ਰਹਿ ਗਏ ਨੇ। ਇਸੇ ਤਰ੍ਹਾਂ ਖਮਾਣੋਂ ਨੇੜਲੇ ਪਿੰਡ ਰਾਣਵਾ ਦੇ ਦਲੀਪ ਸਿੰਘ ਰਾਣਵਾ, ਜੋ ਕਿ ਦਿੱਲੀ ਮੋਰਚੇ ਤੋਂ ਬਿਮਾਰ ਹੋ ਕੇ ਪਰਤੇ ਸਨ, ਉਹਨਾਂ ਦੀ ਵੀ ਮੌਤ ਹੋ ਜਾਣ ਦੀ ਖਬਰ ਹੈ। ਦਲੀਪ ਸਿੰਘ ਵੀ 26 ਨਵੰਬਰ ਤੋਂ ਦਿੱਲੀ ਮੋਰਚੇ ਤੇ ਡਟੇ ਹੋਏ ਸੀ ਅਤੇ ਬਿਮਾਰ ਹੋਣ ਕਾਰਨ ਉਹ 10 ਮਈ ਨੂੰ ਪਿੰਡ ਪਰਤੇ ਸਨ। ਦਲੀਪ ਸਿੰਘ ਨੂੰ ਇਲਾਜ ਲਈ ਪਹਿਲਾਂ ਫਤਿਹਗੜ੍ਹ ਸਾਹਿਬ ਅਤੇ ਫਿਰ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੀ ਵੀ ਬੀਤੀ ਰਾਤ ਮੌਤ ਹੋ ਗਈ ਹੈ। ਸੋ ਦੋਸਤੋ, ਤੁਸੀਂ ਦੇਖੋ ਕਿ ਬੀਤੇ ਕੁਝ ਘੰਟਿਆਂ ਵਿੱਚ ਕਿੰਨੀਆਂ ਜਾਨਾਂ ਇਸ ਸੰਘਰਸ਼ ਲੇਖੇ ਲੱਗ ਗਈਆਂ। ਸਰਕਾਰ ਹਾਲੇ ਵੀ ਸੁੱਤੀ ਪਈ ਹੈ। ਮਨ ਕੀ ਬਾਤ ਵਿੱਚ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਰਾਂ ਨੇ ਕਿਸਾਨਾਂ ਦਾ ਇਹ ਤਾਂ ਜ਼ਿਕਰ ਕੀਤਾ ਸੀ ਕਿ ਇਸ ਮਹਾਮਾਰੀ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ, ਪੈਦਾਵਾਰ ਵਧੀ ਹੈ, ਪਰ ਇਸ ਗੱਲ ਦਾ ਉਹ ਕਿਤੇ ਵੀ ਜ਼ਿਕਰ ਨਹੀਂ ਸੀ ਕਿ ਕਿਸਾਨ ਧਰਨਾ ਮਾਰੀ ਬੈਠੇ ਹੈ। ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਕਾਨੂੰਨ ਰੱਦ ਕਰ ਦਿਆਂਗੇ ਤੇ ਤੁਸੀਂ ਘਰਾਂ ਨੂੰ ਪਰਤੋ ਤੇ ਆਓ ਬੈਠ ਕੇ ਗੱਲਬਾਤ ਕਰੀਏ। ਹਰ ਮਸਲੇ ਦਾ ਹੱਲ ਗੱਲ ਕਿਤੇ ਜ਼ਿਕਰ ਨਹੀਂ ਸੀ। ਸੋ ਦੋਸਤੋ, ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਲੈਣਾ ਅਤੇ ਸ਼ੇਅਰ ਵੀ ਕਿਰਪਾ ਕਰਕੇ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰਨ ਦੀ ਕਿਰਪਾਲਤਾ ਕਰਨੀ ਜੀ। ਤੁਹਾਡੇ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।